ਸਾਡੇ ਕੁਝ ਅਖੌਤੀ ਕਿਸਾਨ ਲੀਡਰਾਂ ਨੇ ਜਿਨ੍ਹਾਂ ਨੇ ਕਿਸਾਨਾਂ ਦਾ ਸ਼ੋਸ਼ਣ ਕਰਦਿਆਂ ਹੋਇਆਂ ਸਰਕਾਰ ਨੂੰ ਘੇਰਨ ਦੇ ਚੱਕਰ ਦੇ ਵਿੱਚ ਤੇ ਆਪਣੀਆਂ ਸਿਆਸੀ ਮਨਸ਼ਾਵਾਂ ਨੂੰ ਪੂਰਾ ਕਰਨ ਦੇ ਚੱਕਰ ਦੇ ਵਿੱਚ ਪੰਜਾਬ ਦਾ, ਪੰਜਾਬੀਅਤ ਦਾ ਔਰ ਸਾਰੇ ਦੇਸ਼ ਦਾ ਲਗਭਗ 1 ਸਾਲ ਖਰਾਬ ਕਰ ਦਿੱਤਾ। 700 ਤੋਂ ਵੱਧ ਮੌਤਾਂ ਦੇ ਉਹ ਜ਼ਿੰਮੇਵਾਰ ਨੇ। ਮਾਫੀ ਦੇਣਾ, मैं किते ना किते रिजल्ट निकल आने राजेवाल साहब की भी फसल उन्ना ही सैलूस दे विच गई होएगी, ये तुहानूं मैं गारंटी दे देना। 700 ਤੋਂ ਵੱਧ ਕਿਸਾਨਾਂ ਦੀਆਂ ਮੌਤਾਂ ਆਈਆਂ। ਉਹਨਾਂ ਦੇ ਆਪਣੇ ਹੀ ਪਰਿਵਾਰ ਕਈ ਕਿਸਾਨਾਂ ਦੇ ਉਸ ਸੈਲੋ ਦੇ ਵਿੱਚ ਕਣਕ ਵੇਚਣ ਗਏ। ਉਹ ਇੱਕ ਕੋਈ ਜਹਾਨੋਂ ਵੱਖਰੀ ਗੱਲ ਨਹੀਂ ਜੀ ਹੋਈ। ਸਾਡੀ ਸਿੱਖ ਕੌਮ ਨੂੰ ਬਖਸ਼ਿਸ਼ ਹੈ ਕਿ ਅਸੀਂ ਲੜਨਾ ਜਾਣਦੇ, ਬਸ ਲੜੀ ਜਾਓ ਲੜੀ ਜਾਓ ਲੜੀ ਜਾਓ। ਫਾਰ ਯੂਰ ਕਾइंड ਇਨਫੋਰਮੇਸ਼ਨ, ਅਗਰ ਪ੍ਰਾਈਵੇਟ ਘਰਾਣੇ ਇਸ ਵਾਰ ਦੀ ਖਰੀਦ ਦੇ ਵਿੱਚ ਅੱਗੇ ਨਾ ਆਉਂਦੇ ਤੇ ਭਗਵੰਤ ਮਾਨ ਸਾਹਿਬ ਦਾ ਪਹਿਲੀ ਕਿਸ਼ਤ ਦੇ ਵਿੱਚ ਹੀ ਤੱਪੜ ਰੁਲ ਜਾਣੇ ਸੀ ਇਹਨਾਂ ਦੇ। ਇਹਨਾਂ ਕੋਲੋਂ ਕਿਸਾਨਾਂ ਦੀ ਫਸਲ ਨਹੀਂ ਸੀ ਚੁੱਕੀ ਜਾਣੀ। ਤੁਸੀਂ ਦੇਖੋ ਲੈਣਾ ਦੀਆਂ ਲੈਣਾ ਲੱਗੀਆਂ, ਕਿਲੋਮੀਟਰਾਂ 'ਚ ਲੈਣਾ ਲੱਗੀਆਂ ਦਿਖਾਈਆਂ ਨੇ, ਜਿਹਦੇ ਵਿੱਚ ਕਿਸਾਨ ਉੱਥੇ ਜਾ ਕੇ ਆਪਣੀ ਫਸਲ ਵੇਚ ਰਹੇ। ਤੇ ਸਰਕਾਰ ਨੇ ਵੀ ਤੇ ਇਹੋ ਹੀ ਕਿਹਾ ਸੀਗਾ ਵੀ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਕਿਸਾਨ ਫਸਲ ਵੇਚੇ। ਤੇ ਗਲਤ ਕੀ ਸੀਗਾ ਉਹਦੇ 'ਚ ਕਿ ਮੋਦੀ ਸਾਹਿਬ ਦੇ ਅਲਫਾਜ਼ ਨੇ, ਜਿਹੜਾ ਪੰਜਾਬ ਹੈ ਇਹ ਦੇਸ਼ ਦਾ ਸਿਰ ਹੈ, ਤੇ ਜਦੋਂ ਸਾਡੇ ਸਿਰ 'ਚ ਸਿਰ ਦਰਦ ਰਹਿੰਦੀ ਹੈ ਨਾ ਤੇ ਬੋਡੀ ਸਾਰੀ ਕੰਮ ਨਹੀਂ ਕਰਦੀ। ਰਹਿਮਤ ਸਰਕਾਰ ਟੀਵੀ ਨਾਲ ਜੁੜ ਚੁੱਕੇ ਹੋ ਤੁਸੀਂ। ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾੜ। ਦੋਸਤੋ, ਅੱਜ ਅਸੀਂ ਫਿਰ ਕਿਸਾਨ ਅੰਦੋਲਨ ਨੂੰ ਮੁੱਖ ਰੱਖ ਕੇ ਤੁਹਾਡੇ ਨਾਲ ਵਿਚਾਰ ਚਰਚਾ ਕਰਾਂਗੇ ਕਿ ਪਿਛਲੇ ਸਮੇਂ 'ਚ ਅਸੀਂ ਦੇਖਿਆ ਕਿ 3 ਖੇਤੀ ਜਿਹੜੇ ਕਾਲੇ ਕਾਨੂੰਨ ਦਾ ਨਾਂ ਦਿੱਤਾ ਗਿਆ ਸੀ, ਉਹਨਾਂ ਨੂੰ ਵਾਪਸ ਕਰਾਉਣ ਲਈ ਕਿਸਾਨਾਂ ਨੇ, ਪੰਜਾਬੀਆਂ ਨੇ ਵੱਡੇ ਪੱਧਰ 'ਤੇ ਸੰਘਰਸ਼ ਲੜਿਆ ਅਤੇ ਕਰੀਬ 1 ਸਾਲ ਤੋਂ ਵੀ ਵੱਧ ਦਾ ਸਮਾਂ ਜਿਹੜਾ ਸੜਕਾਂ 'ਤੇ ਗੁਜ਼ਾਰਿਆ, ਦਿੱਲੀ ਦੀਆਂ ਹੱਦਾਂ 'ਤੇ ਬੈਠੇ ਰਹੇ ਔਰ ਕਾਨੂੰਨ ਵਾਪਸ ਕਰਵਾ ਕੇ ਪੰਜਾਬ ਵੱਲ ਨੂੰ ਚਾਲੇ ਪਾਏ ਸੀ। ਇੱਕ ਬੜਾ ਵੱਡਾ ਨਾਅਰਾ ਸੀ ਕਿ ਪ੍ਰਾਈਵੇਟ ਏਜੰਸੀਆਂ ਨੂੰ ਪੰਜਾਬ ਵਿੱਚ ਖਰੀਦ ਨਹੀਂ ਕਰਨ ਦਿਆਂਗੇ, ਸਰਕਾਰੀ ਮੰਡੀਆਂ ਨੂੰ ਬਰਕਰਾਰ ਰੱਖਾਂਗੇ। ਪਰ ਪਿਛਲੇ ਕੁਝ ਦਿਨਾਂ ਤੋਂ ਤਸਵੀਰ ਜਿਹੜੀ ਹੈ ਉਹ ਬਦਲਦੀ ਨਜ਼ਰ ਇਸ ਕਰਕੇ ਆਈ ਹੈ ਕਿ ਇਸ ਵਾਰ ਕਣਕ ਦਾ ਸੀਜ਼ਨ ਹੈ ਔਰ ਕਣਕ ਦੇ ਸੀਜ਼ਨ ਦੇ ਦੌਰਾਨ ਬਹੁਤੇ ਕਿਸਾਨਾਂ ਨੇ ਆਪਣੀ ਜਿਹੜੀ ਫਸਲ ਹੈ ਉਹਨਾਂ ਘਰਾਣਿਆਂ ਨੂੰ ਹੀ ਵੇਚ ਦਿੱਤੀ ਜਿਨ੍ਹਾਂ ਦਾ ਵਿਰੋਧ ਕਰਦੇ ਰਹੇ ਹਾਂ ਔਰ ਕਹਿੰਦੇ ਰਹੇ ਹਾਂ ਕਿ ਸਾਡੇ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਨੇ। ਪਰ ਨਾ ਤਾਂ ਸਰਕਾਰ ਨੇ ਅਤੇ ਨਾ ਹੀ ਇਹਨਾਂ ਕਾਰਪੋਰੇਟ ਘਰਾਣੇ ਨੇ ਸਾਡੀ ਬਾਂਹ ਫੜੀ ਸੀ। ਪਰ ਮਾਲਵਾ ਇੱਕ ਗੜ੍ਹ ਮੰਨਿਆ ਜਾਂਦਾ ਸੀ ਕਿਸਾਨ ਅੰਦੋਲਨ ਦਾ, ਔਰ ਅੱਜ ਤਸਵੀਰਾਂ ਵਾਇਰਲ ਹੋਈਆਂ ਕਿ ਮਾਲਵੇ ਦੇ ਹੀ ਹਜ਼ਾਰਾਂ ਕਿਸਾਨਾਂ ਨੇ ਆਪਣੀ ਜਿਹੜੀ ਕਣਕ ਹੈ ਉਹ ਅਡਾਨੀ ਦੇ ਸਾਈਲੋ ਵਿੱਚ ਵੇਚਣੀ ਸ਼ੁਰੂ ਕਰ ਦਿੱਤੀ ਔਰ ਵੇਚ ਵੀ ਦਿੱਤੀ ਹੈ ਲਗਭਗ। ਉੱਧਰ ਤਾਂ ਜੇ ਕਹੀਏ ਤਾਂ ਕਣਕ ਦੀ ਵਾਢੀ ਸਮਾਪਤ ਹੋ ਚੁੱਕੀ ਹੈ। ਸੋ ਇਸ ਵੇਲੇ ਇਸੇ ਸੰਬੰਧ 'ਚ ਗੱਲਬਾਤ ਕਰਨ ਲਈ ਮੇਰੇ ਨਾਲ OBC ਮੋਰਚਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਕੰਵਰਬੀਰ ਸਿੰਘ ਮੰਜਲ ਮੌਜੂਦ ਨੇ, ਜਿਨ੍ਹਾਂ ਨੂੰ ਡਾਢਾ ਰੋਸ ਹੈ ਇਸ ਸਾਰੀ ਕਾਰਗੁਜ਼ਾਰੀ ਦੇ ਉੱਤੇ। ਉਹ ਆਪਣੇ ਵਲਵਲੇ ਸਾਂਝੇ ਕਰਨਾ ਚਾਹੁੰਦੇ ਆ, ਜਾਣਦੇ ਆ ਕਿ ਕੀ ਇਸ ਵੇਲੇ ਮਨ ਦੇ ਵਿੱਚ ਲੈ ਕੇ ਬੈਠੇ ਨੇ। ਮੰਜਲ ਸਾਹਿਬ, ਸਵਾਗਤ ਹੈ ਜੀ ਸਾਡੇ ਨਾਲ ਗੱਲਬਾਤ ਕਰਨ। ਸਤਿ ਸ਼੍ਰੀ ਅਕਾਲ ਬਾਟ ਸਾਹਿਬ, ਬਹੁਤ ਬਹੁਤ ਧੰਨਵਾਦ। ਤੁਸੀਂ ਮੁੱਦਿਆਂ ਦੇ ਉੱਤੇ ਚਰਚਾ ਕਰਨ ਵਾਸਤੇ ਦਾਸ ਨੂੰ ਜ਼ਿੰਮੇਵਾਰੀ ਬਖਸ਼ਦੇ ਹੋ, ਅਤੇ ਜਿਹੜੀਆਂ ਮੌਕੇ ਦੀਆਂ ਗੱਲਾਂ ਨੇ ਉਹ ਕਰਨੀਆਂ ਵੀ ਚਾਹੀਦੀਆਂ, ਉਹਨੂੰ ਕਰਨੀਆਂ ਬਣਦੀਆਂ ਵੀ ਨੇ ਜੀ। ਸੋ ਮੈਂ ਪਹਿਲਾਂ ਹੀ ਸਵਾਲ ਇਹ ਕਰ ਲੈਣਾ ਆ ਕਿ ਇਸ ਵੇਲੇ ਮਨ ਦੇ ਵਿੱਚ ਰੋਸ ਕੀ ਚੱਲਦਾ ਪਿਆ? ਬਾਟ ਸਾਹਿਬ, ਮੈਂ ਇਹ ਸਮਝਦਾ ਵਾਂ ਕਿ ਸਾਡੇ ਕੁਝ ਅਖੌਤੀ ਕਿਸਾਨ ਲੀਡਰਾਂ ਨੇ ਜਿਨ੍ਹਾਂ ਨੇ ਕਿਸਾਨਾਂ ਦਾ ਸ਼ੋਸ਼ਣ ਕਰਦਿਆਂ ਹੋਇਆਂ ਸਰਕਾਰ ਨੂੰ ਘੇਰਨ ਦੇ ਚੱਕਰ ਦੇ ਵਿੱਚ ਤੇ ਆਪਣੀਆਂ ਸਿਆਸੀ ਮਨਸ਼ਾਵਾਂ ਨੂੰ ਪੂਰਾ ਕਰਨ ਦੇ ਚੱਕਰ ਦੇ ਵਿੱਚ ਪੰਜਾਬ ਦਾ, ਪੰਜਾਬੀਅਤ ਦਾ ਔਰ ਸਾਰੇ ਦੇਸ਼ ਦਾ ਲਗਭਗ 1 ਸਾਲ ਖਰਾਬ ਕਰ ਦਿੱਤਾ। 700 ਤੋਂ ਵੱਧ ਮੌਤਾਂ ਦੇ ਉਹ ਜ਼ਿੰਮੇਵਾਰ ਨੇ। ਦੇਖੋ, ਮੈਂ ਬੇਨਤੀ ਤੁਹਾਡੇ ਹੁਣੇ ਅਲਫਾਜ਼ਾਂ ਦੇ ਵਿੱਚ ਸੀਗਾ ਵੀ ਇੱਕ ਲੰਬਾ ਸੰਘਰਸ਼ ਲੜ ਕੇ ਤੇ ਬਸ ਉਹ ਇੱਕ ਰੋਸ ਆਪਣਾ ਅਦਾ ਕਰਕੇ ਤੇ ਬਿੱਲਾਂ ਨੂੰ ਵਾਪਸ ਕਰਾਉਣ ਦੇ ਤੱਕ ਇਹਨਾਂ ਨੇ ਲੜਾਈ ਜਾਰੀ ਰੱਖੀ। ਤੇ ਮੰਤਵ ਇਹ ਸੀ ਕਿ ਅਸੀਂ ਪ੍ਰਾਈਵੇਟ ਘਰਾਣੇ, ਪਰ ਮੈਨੂੰ ਇਹਦੇ 'ਚ ਗਲਤ ਕਿ ਉਦੋਂ ਵੀ ਸਰਕਾਰ ਇਹੀ ਗੱਲ ਕਹਿ ਰਹੀ ਸੀ ਵੀ ਪ੍ਰਾਈਵੇਟ ਘਰਾਣੇ ਆਣਗੇ, ਕੋਈ ਕਿਸੇ ਦੀਆਂ ਜ਼ਮੀਨਾਂ ਨਹੀਂ ਹੜੱਪੀਆਂ ਜਾਣੀਆਂ, ਕੋਈ ਕੁਛ ਨਹੀਂ। ਅੱਜ ਉਹੀ, ਔਰ ਮੈਂ ਤੁਹਾਡੀ ਜਾਣਕਾਰੀ 'ਚ ਵਾਧਾ ਕਰਦਿਆਂ, ਜਿਹੜੇ 700 ਤੋਂ ਵੱਧ ਕਿਸਾਨਾਂ ਦੀਆਂ ਮੌਤਾਂ ਆਈਆਂ ਉਹਨਾਂ ਦੇ ਆਪਣੇ ਹੀ ਪਰਿਵਾਰ ਕਈ ਕਿਸਾਨਾਂ ਦੇ ਉਸ ਸੈਲੋ ਦੇ ਵਿੱਚ ਕਣਕ ਵੇਚਣ ਗਏ। ਉਹ ਇੱਕ ਕੋਈ ਜਹਾਨੋਂ ਵੱਖਰੀ ਗੱਲ ਨਹੀਂ ਜੀ ਹੋਈ। ਜਿੰਨਾ ਆੜ੍ਹਤੀਆ ਮੈਕਸੀਮਮ ਫਸਲ ਸਾਡੀ ਕਿਸਾਨਾਂ ਦੀ ਚੁੱਕਦਾ ਵਾ, ਉਹ ਵੀ ਜਾ ਕੇ ਉੱਥੇ ਹੀ ਵੇਚਦਾ। ਔਰ ਸਰਕਾਰ ਨੇ ਉਦੋਂ ਇੱਕੋ ਨਾਅਰਾ ਦਿੱਤਾ ਸੀ ਵੀ ਵਿਚੋਲੀਏ ਖਤਮ ਕਰਨੇ ਆ, ਖਰੀਦਦਾਰ ਔਰ ਕਿਸਾਨ ਡਾਇਰੈਕਟ ਇੱਕ ਦੂਜੇ ਨਾਲ ਜੋੜਨੇ ਆ। ਤੇ ਉਹੀ ਕੁਝ ਹੋ ਰਿਹਾ ਵਾ। ਕੀ ਇਹ ਵੱਖਰਾ ਕੀ ਹੋ ਗਿਆ? ਤੇ ਇਹ ਜਿਹੜਾ ਅਡੰਬਰ ਐਡਾ ਰਚਿਆ ਸੀ ਉਹਦੇ ਕੀ ਮਾਇਨੇ ਸੀਗੇ?
ਮੈਨੂੰ ਤੇ ਸਮਝ ਨਹੀਂ ਆ ਰਹੀ। ਇਹ ਆਮ ਆਦਮੀ ਪਾਰਟੀ ਨੇ ਉਦੋਂ ਇੱਕ ਬਹੁਤ ਵੱਡੇ ਲੈਵਲ ਤੇ ਇਸ ਚੀਜ਼ ਨੂੰ ਹਵਾ ਦਿੱਤੀ, ਤੂਲ ਦਿੱਤੀ ਇਸ ਮਸਲੇ ਨੂੰ। ਵੀ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਨੇ ਉਦੋਂ ਉਹਨਾਂ ਨੂੰ ਸਹੂਲਤਾਂ ਪ੍ਰੋਵਾਈਡ ਕਰਾਈਆਂ ਕਿ ਨਹੀਂ ਜੀ ਕਿਸਾਨਾਂ ਨਾਲ ਗਲਤ ਹੋ ਰਿਹਾ। ਔਰ ਫਾਰ ਯੂਰ ਕਾਈਂਡ ਇਨਫੋਰਮੇਸ਼ਨ, ਅਗਰ ਪ੍ਰਾਈਵੇਟ ਘਰਾਣੇ ਇਸ ਵਾਰ ਦੀ ਖਰੀਦ ਦੇ ਵਿੱਚ ਅੱਗੇ ਨਾ ਆਉਂਦੇ ਤੇ ਭਗਵੰਤ ਮਾਨ ਸਾਹਿਬ ਦਾ ਪਹਿਲੀ ਕਿਸ਼ਤ ਦੇ ਵਿੱਚ ਹੀ ਤੱਪੜ ਰੁਲ ਜਾਣੇ ਸੀ ਇਹਨਾਂ ਕੋਲੋਂ ਕਿਸਾਨਾਂ ਦੀ ਫਸਲ ਨਹੀਂ ਸੀ ਚੁੱਕੀ ਜਾਣੀ। ਮੈਂ ਅੱਜ ਹੀ ਇੱਕ ਫੇਸਬੁੱਕ ਤੇ ਦੇਖ ਰਿਹਾ ਸੀ 11 ਦਿਨ ਹੋ ਗਏ ਕਿਸਾਨ ਨੂੰ ਫਸਲ ਲੈ ਕੇ ਮੰਡੀ 'ਚ ਬੈਠੇ ਨੂੰ, ਜਿਹਨੂੰ ਬਾਰਦਾਨੇ ਦੀ ਕਮੀ ਕਰਕੇ ਉੱਥੋਂ ਫਸਲ ਉਹਦੀ ਚੁੱਕੀ ਨਹੀਂ ਜਾ ਰਹੀ। ਔਰ ਉਹ ਦੂਸਰੀ ਵੀਡੀਓ ਮੈਂ ਅੰਬਾਨੀ ਅਡਾਨੀ ਦੇ ਜਿਹੜੇ ਉਹ ਸਾਈਲੋ, ਜਿਨ੍ਹਾਂ ਨੂੰ ਅੰਬਾਨੀ ਅਡਾਨੀ ਕਹਿ ਕੇ ਸੰਬੋਧਨ ਕਰਦੇ ਨੇ, ਉਹਨਾਂ ਸਾਈਲੋਜ਼ ਦੇ ਵਿੱਚ ਕਿਸਾਨਾਂ ਦੀਆਂ ਟਰਾਲੀਆਂ ਉਹਨਾਂ ਦੇ ਸਿਸਟਮ ਦੇ ਜਿਹਦੇ ਉੱਤੇ ਚੜ੍ਹਾਉਂਦੇ ਨੇ ਔਰ 1.5-2 ਮਿੰਟ ਦੇ ਵਿੱਚ ਟਰਾਲੀ ਵਿਹਲੀ ਕਰਕੇ ਟਰਾਲੀ ਤੋਰ ਦਿੰਦੇ ਨੇ। ਤੇ ਮੈਂ ਸਮਝਦਾ ਵਾਂ ਕਿ ਸਾਨੂੰ ਹੁਣ ਸਮੇਂ ਦੇ ਨਾਲ ਚੱਲਣਾ ਚਾਹੀਦਾ ਵਾ। ਦੇਖੋ, ਇਹ ਅਸੀਂ ਉਹ ਪੁਰਾਣੀਆਂ ਪਿਰਤਾਂ ਨੂੰ ਪਿੱਟੀ ਜਾਈਏ ਤੇ ਤਰੱਕੀ ਇਸ ਤਰ੍ਹਾਂ ਹੀ ਹੋਣੀ ਹੈ ਜੇ ਅਸੀਂ ਫੈਸਿਲਿਟਾਈਜ਼ ਹੋਵਾਂਗੇ ਤੇ ਕਿਸਾਨ ਨੂੰ ਫੈਸਿਲਿਟੀ ਮਿਲ ਰਹੀ ਹੈ। ਕਿਸਾਨ ਆਪਣਾ, ਮੈਂ ਨਾ ਇੱਕ ਸਵਾਲ ਮਨ ਦੇ ਵਿੱਚ ਆ ਕਿ ਕੀ ਉਹ ਕਿਸਾਨ ਸੀ ਕਿ ਇਹ ਕਿਸਾਨ ਨੇ? ਉਹ ਕਿਸਾਨ ਨਹੀਂ ਸੀ, ਉਹ ਇੱਕ ਰਾਜਨੀਤਿਕ ਛੜਯੰਤਰ ਸੀਗਾ। ਭਾਜਪਾ ਜਿਹੜੀ ਆ ਪੰਜਾਬ ਦੇ ਵਿੱਚ ਵੱਧ ਰਹੀ ਸੀ, ਉਹਨੂੰ ਰੋਕਣ ਵਾਸਤੇ ਇੱਕ ਛੜਯੰਤਰ ਪਾਰਟੀਆਂ ਨੇ ਰਲ ਕੇ ਰਚਿਆ, ਜਿਹਦੇ ਵਿੱਚ ਸਾਰੀਆਂ ਖੋਤੀ ਪਾਰਟੀਆਂ ਸੀਗੀਆਂ, ਚਾਹੇ ਉਹ ਕਾਂਗਰਸ ਆ, ਚਾਹੇ ਉਹ ਆਮ ਆਦਮੀ ਪਾਰਟੀ ਹੈ ਤੇ ਚਾਹੇ ਅਕਾਲੀ ਦਲ। ਇਹਨਾਂ ਸਾਰਿਆਂ ਨੇ ਰਲ ਕੇ ਭਾਜਪਾ ਦੀ ਤਰੱਕੀ ਨੂੰ ਰੋਕਣ ਵਾਸਤੇ ਉਦੋਂ ਇੱਕ ਛੜਯੰਤਰ ਕੀਤਾ। ਬਟ ਹੁਣ ਜੱਗ ਜ਼ਾਹਿਰ ਹੋ ਗਿਆ ਵਾ ਤੇ ਮੈਂ ਸਮਝਦਾ ਕਿ ਦੁੱਧ ਪਾਣੀ ਦਾ ਪਾਣੀ ਹੋਣ ਦੇ ਕਿਨਾਰੇ ਤੇ ਅਸੀਂ ਆ ਗਏ। ਮੈਂ ਇਹ ਪੁੱਛਣਾ ਚਾਹੁੰਦਾ ਕਿ ਉਹ ਹੈਗੀ ਸੀ 3 ਖੇਤੀ ਕਾਨੂੰਨਾਂ ਦੀ ਗੱਲ। ਕਹਿੰਦੇ ਸੀਗੇ ਜੇ ਲਾਗੂ ਹੋ ਜਾਂਦੇ ਆ ਤਾਂ ਫਿਰ ਕਿਸਾਨ ਜਿਹੜੇ ਆ ਉਹ ਇੱਕ ਐਗਰੀਮੈਂਟ ਤੌਰ 'ਤੇ ਆਪਣੀ ਫਸਲ ਬੀਜਣਗੇ ਤੇ ਵੇਚਣਗੇ। ਹੁਣ ਜੇ ਅਡਾਨੀ ਦੇ ਜਾਂ ਸਾਈਲੋ ਦੀ ਗੱਲ, ਤਾਂ ਹੁਣ ਬੰਦਸ਼ ਕੋਈ ਨਹੀਂ ਹੈ, ਜੇ ਕੋਈ ਆਪਣੀ ਮਰਜ਼ੀ ਨਾਲ ਵੇਚ ਆਇਆ ਤਾਂ ਕਿਸੇ ਨੂੰ ਕੀ ਦਿੱਕਤ? ਬਾਠ ਸਾਹਿਬ, ਉਹ ਨਾ ਐਕਚੁਅਲ 'ਚ ਸਮਝਣ ਦਾ ਹੀ ਫਰਕ ਹੈ। ਕੋਈ ਬੰਧਨ ਨਹੀਂ ਸੀ ਹੈਗੇ। ਬੰਧਨ ਕੀ ਸੀਗੇ ਵੀ ਜਿਹੜੀ ਆੜ੍ਹਤੀਆਂ ਦੇ ਜੰਜਾਲ 'ਚ ਕਿਸਾਨ ਫਸਿਆ ਉਹਨੂੰ ਉਹਦੇ 'ਚੋਂ ਕੱਢਣਾ ਸੀਗਾ, ਬਸ ਇਹ ਬੰਧਨ ਸੀਗੇ। ਉਹ ਬਿੱਲ ਜਿਹੜੇ ਸੀ ਕਿਸਾਨਾਂ ਦੇ ਹਿੱਤ 'ਚ ਸੀਗੇ, ਕਿਸਾਨਾਂ ਦੇ ਅਗੇਂਸਟ ਨਹੀਂ। ਪਰ ਚਲੋ ਆਪਾਂ ਉਸ ਚੀਜ਼ ਦੀ ਤਹਿ 'ਚ ਨਹੀਂ ਜਾਂਦੇ। ਹੁਣ ਆਪਾਂ ਮੁੱਦਾ ਇਹ ਆ ਵੀ ਜਿਸ ਚੀਜ਼ ਦਾ ਅਸੀਂ ਵਿਰੋਧ ਕਰ ਰਹੇ ਸਾਂ ਤੇ ਉਸੇ ਚੀਜ਼ ਨੂੰ ਅਸੀਂ ਆਪ ਬੜਾਵਾ ਦੇ ਰਹੇ ਹਾਂ। ਇਹਦਾ ਮਤਲਬ ਉਹ ਗਲਤ ਸੀ ਜਾਂ ਇਹ ਗਲਤ ਹੈ? ਕੋਈ ਇੱਕ ਚੀਜ਼ ਤੇ ਗਲਤ ਹੈ ਨਾ। ਪਰ ਜਿੱਥੋਂ ਕਿਸਾਨ ਨੂੰ ਫੈਸਿਲਿਟੀ ਮਿਲੀ ਆ, ਕਿਸਾਨ ਤੇ ਖੁਸ਼ੀ ਉੱਥੇ ਜਾ ਕੇ ਆਪਣੀਆਂ ਤੁਸੀਂ ਦੇਖੋ ਲੈਣਾਂ ਦੀਆਂ ਲੈਣਾਂ ਲੱਗੀਆਂ, ਕਿਲੋਮੀਟਰਾਂ 'ਚ ਲੈਣਾਂ ਲੱਗੀਆਂ ਦਿਖਾਈਆਂ ਨੇ, ਜਿਹਦੇ ਵਿੱਚ ਕਿਸਾਨ ਉੱਥੇ ਜਾ ਕੇ ਆਪਣੀ ਫਸਲ ਵੇਚ ਰਹੇ। ਤੇ ਸਰਕਾਰ ਨੇ ਵੀ ਤਾਂ ਇਹੋ ਹੀ ਕਿਹਾ ਸੀਗਾ ਵੀ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਕਿਸਾਨ ਫਸਲ ਵੇਚੇ, ਤੇ ਗਲਤ ਕੀ ਸੀਗਾ ਉਹਦੇ 'ਚ? ਹੁਣ ਤੁਸੀਂ ਕਿਹਾ ਕਿ 12 ਦਿਨ ਤੋਂ ਇੱਕ ਕਿਸਾਨ ਜਿਹੜਾ ਉਹ ਮੰਡੀ 'ਚ ਬੈਠਾ ਹੋਇਆ, ਉਹਦੀ ਫਸਲ ਨਹੀਂ ਵਿਕ ਰਹੀ। ਕੀ ਆਮ ਆਦਮੀ ਪਾਰਟੀ ਦਾ ਪ੍ਰਬੰਧ ਕੋਈ ਤੁਹਾਨੂੰ ਨਜ਼ਰ ਨਹੀਂ ਆਉਂਦਾ ਸਰਕਾਰੀ ਮੰਡੀਆਂ ਨੂੰ ਲੈ ਕੇ, ਸਰਕਾਰੀ ਖਰੀਦ ਨੂੰ ਲੈ ਕੇ? ਸਰ, ਆਮ ਆਦਮੀ ਪਾਰਟੀ ਇੱਕ ਨੌਨ ਪ੍ਰੈਕਟੀਕਲ ਕਨਸੈਪਟ ਆ। ਔਰ ਉਹਨਾਂ ਦੇ ਮੈਂ ਤਾਂ ਤੁਹਾਨੂੰ ਬੇਨਤੀ ਕੀਤੀ ਵੀ ਇਹ ਤਾਂ ਸ਼ੁਕਰ ਮਨਾਈਏ ਕਿ ਇਹ ਸਾਈਲੋਜ਼ ਜਿਹੜੀਆਂ ਨੇ ਖਰੀਦ ਕਰ ਰਹੀਆਂ ਨੇ। ਜੇ ਸਾਈਲੋ ਖਰੀਦ ਨਾ ਕਰਦੀਆਂ ਐਤਕੀ, ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਭੂਤ ਸੀਗਾ ਨਾ ਸਮਾਜ ਦੇ ਵਿੱਚ, ਉਹ ਬੜੀ ਜਲਦੀ ਲੱਥ ਜਾਣਾ ਸੀਗਾ। ਕੋਈ ਪ੍ਰਬੰਧ ਨਾਂ ਦੀ ਚੀਜ਼ ਨਹੀਂ ਹੈਗੀ ਇਹਨਾਂ ਦੇ ਕੋਲ, ਬਿਲਕੁਲ ਪ੍ਰਬੰਧ ਨਹੀਂ ਜੇ ਹੈਗੇ ਆਮ ਆਦਮੀ ਪਾਰਟੀ ਕੋਲ। ਹੁਣ ਜੇ ਕਿਸਾਨ ਚਲੇ ਗਏ ਨੇ ਸਾਈਲੋ 'ਚ, ਚਲੋ ਉਹਨਾਂ ਆਪਣੀ ਮਰਜ਼ੀ ਕੀਤੀ, ਕਿਸੇ ਨੇ ਪ੍ਰੇਰਿਤ ਨਹੀਂ ਕੀਤਾ, ਤੇ ਭਾਜਪਾ ਨੂੰ ਕੀ ਰੋਸ ਹੈ? ਭਾਜਪਾ ਤੇ ਸਰਕਾਰ ਆਮ ਆਦਮੀ ਪਾਰਟੀ ਦੀ ਬਣ ਗਈ ਹੈ, ਭਾਜਪਾ ਕੇਂਦਰ 'ਚ ਕਰ ਰਹੀ ਹੈ, ਪੰਜਾਬ ਨੂੰ ਲੈ ਕੇ ਤੁਹਾਨੂੰ ਕੋਈ ਬਿਆਨ ਦੇਣਾ ਨਹੀਂ ਚਾਹੀਦਾ? ਸਰ, ਮੈਂ ਰੋਸ ਇਸ ਗੱਲ ਦਾ ਆ ਵੀ ਜਿਹੜਾ ਸਾਲ ਸਵਾ ਸਾਲ 740 ਮੌਤਾਂ ਦੇ ਕਰੀਬ ਉੱਥੇ ਮੌਤਾਂ ਕਹਿੰਦੇ ਹੋਈਆਂ ਨੇ, ਉਹ ਕੌਣ ਜ਼ਿੰਮੇਵਾਰ ਆ ਉਹਨਾਂ ਸਾਰੀਆਂ ਚੀਜ਼ਾਂ ਦਾ? ਜੇ ਇਹੋ ਕੁਝ ਹੀ ਕਰਨਾ ਸੀ ਫਿਰ ਉਹ ਵਿਰੋਧ ਕਿਸ ਗੱਲ ਦਾ ਸੀ? ਕਿਉਂ ਸੀ ਵਿਰੋਧ? ਉਹ ਵਿਰੋਧ ਦਾ ਕਾਰਨ ਕੀ ਸੀਗਾ? ਉਹ ਵਿਰੋਧ ਦਾ ਕਾਰਨ ਸਿਰਫ ਇੱਕ ਸਿਆਸੀ ਮਨਸਾ ਸੀਗੀ। ਉਹ ਸਿਆਸਤ ਹੁਣ ਸਾਹਮਣੇ ਆ ਗਈ ਆ ਸਾਡੇ। ਹੁਣ ਰਾਜੇਵਾਲ ਸਾਹਿਬ ਦਾ ਵੀ ਕੋਈ ਬਿਆਨ ਨਹੀਂ ਆਇਆ, ਉਹਨਾਂ ਬਾਰੇ ਕੁਝ ਕਹਿਣਾ ਚਾਹੋਗੇ? ਰਾਜੇਵਾਲ ਸਾਹਿਬ ਤੇ ਸਰ ਇਸ ਸਾਰੀ ਘਟਨਾਕ੍ਰਮ ਦੇ ਮੇਨ ਸੂਤਰਧਾਰ ਸੀਗੇ। ਉਹ ਕਿਉਂ ਹੁਣ ਬੋਲਣਗੇ ਜੀ? ਮੈਂ ਮਾਫੀ ਦੇਣਾ, ਮੈਂ ਕਿਤੇ ਨਾ ਕਿਤੇ ਰਿਜ਼ਲਟ ਨਿਕਲ ਆਣਗੇ, ਰਾਜੇਵਾਲ ਸਾਹਿਬ ਦੀ ਵੀ ਫਸਲ ਉਹਨਾਂ ਹੀ ਸਾਈਲੋਜ਼ ਦੇ ਵਿੱਚ ਗਈ ਹੋਏਗੀ। ਇਹ ਤੁਹਾਨੂੰ ਮੈਂ ਗਰੰਟੀ ਦੇ ਦਿੰਦਾ। ਇਹ ਸਿਰਫ ਉਦੋਂ ਪੰਜਾਬ ਵਾਸੀਆਂ ਦਾ ਸ਼ੋਸ਼ਣ ਕੀਤਾ ਗਿਆ, ਪੰਜਾਬੀਆਂ ਨੂੰ ਗੁੰਮਰਾਹ ਕੀਤਾ ਗਿਆ। ਸਵਾ ਸਾਲ ਕਾਰੋਬਾਰ ਦਾ ਪੱਠਾ ਬਿਠਾ ਕੇ ਰੱਖ ਦਿੱਤਾ ਇਹਨਾਂ ਨੇ ਪੰਜਾਬ ਦਾ। ਇਕੱਲਾ ਕਿਸਾਨ ਹੀ ਹਤਾਸ਼ ਨਹੀਂ ਹੋਇਆ ਬਾਠ ਸਾਹਿਬ, ਟ੍ਰੇਨਾਂ ਬੰਦ ਕਰ ਦਿੱਤੀਆਂ ਗਈਆਂ, ਟੂਰਿਜ਼ਮ ਖਤਮ ਕਰ ਦਿੱਤਾ ਗਿਆ, ਲੋਕਾਂ ਦੇ ਜਿਹੜੇ ਕਾਰੋਬਾਰ ਸੀ ਨਿਸਤੋ ਨਬੂਤ ਕਰ ਦਿੱਤੇ ਗਏ। ਕਾਰਨ ਬਿੱਲ ਵਾਪਸ, ਬਿੱਲ ਵਾਪਸ, ਬਿੱਲ ਵਾਪਸ। ਚਲੋ ਬਿੱਲ ਵਾਪਸ ਹੋ ਗਏ। ਬਿੱਲ ਵਾਪਸੀ ਦੇ ਵਿੱਚ ਕੀ ਸੀ? ਅੰਬਾਨੀ ਅਡਾਨੀ ਕਿੰਨਾ ਨਾਮ ਪ੍ਰਚਾਰ ਕੀਤਾ ਇਹਨਾਂ ਨੇ। ਆਪਾਂ ਦੇਖੋ, ਮੈਂ ਕੋਈ ਉਹਨਾਂ ਦਾ ਵਕੀਲ ਨਹੀਂ, ਕੋਈ ਉਹਨਾਂ ਦੀ ਮੈਂ ਪੈਰਵਾਈ ਕਰਨ ਵਾਲਾ ਸ਼ਖਸ ਨਹੀਂ ਆ।
ਜਿਹੜੀ ਬਿੱਲ ਸੀ ਉਹਨਾਂ ਦੇ ਵਿੱਚ ਸਰਕਾਰ ਨੇ ਇਹ ਪ੍ਰਾਵਧਾਨ ਲਿਆਂਦੇ ਸੀ ਵੀ ਕੋਈ ਵੀ 11 ਕਿਸਾਨ ਰਲ ਕੇ ਆਪਣੀ ਕੰਪਨੀ ਬਣਾਉਣ, ਆਪਣੇ ਸਾਈਲੋ ਬਣਾਉਣ, ਆਪਣੇ ਤਰੀਕੇ ਨਾਲ ਕਾਰੋਬਾਰ ਕਰ ਲੈਣ, ਵਰਲਡ ਲੈਵਲ ਤੇ ਸਪਲਾਈਆਂ ਕਰਨ, ਵਧੀਆ ਉਪਜ ਤਿਆਰ ਕਰਨ ਜਿਹੜੀ ਦੁਨੀਆ ਲੈਵਲ ਤੇ ਹੀ ਵੇਚ ਸਕੀਏ। ਇਹ ਸਰਕਾਰ ਵੱਲੋਂ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਸੀਗੀਆਂ, ਪਰ ਉਦੋਂ ਅਸੀਂ ਇਸ ਗੱਲ ਦੀ ਜਿੱਦ ਫੜ ਲਈ, ਨਹੀਂ ਜੀ ਨਹੀਂ ਜੀ ਨਹੀਂ। ਮੈਂ ਉਦੋਂ ਵੀ ਇੱਕ ਸਵਾਲ ਚੁੱਕਿਆ ਸੀ ਵੀ ਜੇ ਇਹ ਸਿਸਟਮ ਐਡਾ ਹੀ ਵਧੀਆ ਵਾ ਤਾਂ ਫਿਰ ਕਿਸਾਨ ਖੁਦਕੁਸ਼ੀਆਂ ਕਿਉਂ ਕਰਦੇ ਨੇ। ਮੁੱਦਾ ਤੇ ਉਹ ਨਾ ਵੀ ਖੁਦਕੁਸ਼ੀਆਂ ਤੋਂ ਕਿਸਾਨਾਂ ਨੂੰ ਰੋਕਣਾ, ਤੇ ਜੇ ਉਹ ਐਡਾ ਹੀ ਵਧੀਆ ਸਿਸਟਮ, ਪੁਰਾਣਾ ਸਿਸਟਮ ਐਡਾ ਵਧੀਆ ਸੀ ਜਿਹਨੂੰ ਅਸੀਂ ਹਾਸਲ ਕਰਕੇ ਆਪਣੀ ਜਿੱਤ ਕਰਾਰ ਕਰਾਈ ਜਾ ਰਹੇ ਹਾਂ, ਤੇ ਫਿਰ ਕਿਸਾਨਾਂ ਨੇ ਖੁਦਕੁਸ਼ੀਆਂ ਕਿਉਂ ਹੋ ਰਹੀਆਂ। ਮਤਲਬ ਇਹ ਸਾਰਾ ਇਹਦੇ ਤੇ ਨਾ ਵਿਚਾਰ ਦੀ ਲੋੜ ਆ। ਮੈਂ ਇੱਕ ਆਪਣੀ ਕੌਮ ਦੇ ਵਿੱਚ ਨਾ ਮੇਰੇ ਇੱਕ ਬੜੇ ਹੀ ਸਤਿਕਾਰਯੋਗ ਸੱਜਣ ਨੇ, ਉਹਨਾਂ ਨੇ ਮੈਨੂੰ ਇੱਕ ਗੱਲ ਸੁਣਾਈ ਕਿ ਸਾਡੀ ਸਿੱਖ ਕੌਮ ਨੂੰ ਬਖਸ਼ਿਸ਼ ਆ ਕਿ ਅਸੀਂ ਲੜਨਾ ਜਾਣਦੇ, ਬਸ ਲੜੀ ਜਾਓ ਲੜੀ ਜਾਓ ਲੜੀ ਜਾਓ। ਮੈਂ ਬਾਟ ਸਾਹਿਬ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਗੱਲ ਕਹਿਣੀ ਚਾਹਾਂਗਾ, ਲੜਨਾ ਹਰ ਵੇਲੇ ਲੜਾਈ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦੀ। ਅੱਜ ਸਮਾਂ ਅਸੀਂ ਆਜ਼ਾਦ ਦੇਸ਼ ਦੇ ਵਿੱਚ ਹਾਂ, ਅਸੀਂ ਆਜ਼ਾਦੀ ਦੀ ਤਰਬੀਅਤ ਦੇ ਵਿੱਚ ਜੀ ਰਹੇ ਹਾਂ। ਸਾਨੂੰ ਗੱਲਬਾਤ ਨਾਲ ਮਸਲੇ ਮੁਕਾਉਣੇ ਚਾਹੀਦੇ ਨੇ, ਲੜਾਈ ਝਗੜਾ ਕਿਸੇ ਮਸਲੇ ਦਾ ਹੱਲ ਨਹੀਂ। ਆਪਾਂ ਉਦੋਂ ਵੀ ਇੱਕ ਤਲਵਾਰਾਂ ਫੜਦੇ ਹਾਂ, ਵਿਚਾਰਾ ਗਰੀਬ ਵੱਢਦਾ, ਕਈ ਕੁਛ ਇੱਥੇ ਕਈ ਘਟਨਾਕ੍ਰਮ ਵਾਪਰ ਗਏ, ਬਟ ਬਾਟ ਸਾਹਿਬ ਅੱਜ ਫਿਰ ਅਸੀਂ ਉਹਨਾਂ ਹੀ ਲੋਕਾਂ ਨੂੰ ਆਪਣੀ ਫਸਲ ਵੇਚ ਰਹੇ ਹਾਂ। ਕਿਉਂ ਵੇਚ ਰਹੇ ਹਾਂ? ਕਿਉਂਕਿ ਸਾਨੂੰ ਫੈਸਿਲਿਟੀ ਮਿਲ ਰਹੀ ਆ, ਤੇ ਜਦੋਂ ਫੈਸਿਲਿਟੀਆਂ ਮਿਲਦੀਆਂ ਹੋਣ ਤਾਂ ਫਿਰ ਹੱਸ ਕੇ ਲੈਣੀਆਂ ਚਾਹੀਦੀਆਂ, ਰੋ ਕੇ ਨਹੀਂ ਲੈਣੀਆਂ ਚਾਹੀਦੀਆਂ। ਮਾਜਰਾ ਸਾਹਿਬ ਤੁਸੀਂ ਕਿਹਾ ਕਿ ਇਹ ਜਿਹੜਾ ਸਾਰਾ ਸੰਘਰਸ਼ ਸੀ ਨਾ, ਇਹ ਬੀਜੇਪੀ ਦਾ ਰਾਹ ਰੋਕਣ ਲਈ ਪੰਜਾਬ 'ਚ ਕੀਤਾ ਗਿਆ ਸੀ। ਹੁਣ ਜੇ ਅਦਾਨੀਆਂ ਨੂੰ ਜਾਂ ਪ੍ਰਾਈਵੇਟ ਹੋਰ ਏਜੰਸੀਆਂ ਨੂੰ ਇਹ ਕਿਸਾਨ ਕਣਕ ਵੇਚ ਰਹੇ ਨੇ, ਇਹ ਤੋਂ ਤੁਸੀਂ ਕੀ ਮੰਨੋਗੇ ਕਿ ਭਾਜਪਾ ਦਾ ਰਾਹ ਖੁੱਲ੍ਹ ਗਿਆ ਪੰਜਾਬ? ਮੈਂ ਨਾ ਇੱਕ ਬੇਨਤੀ ਕਰਦੇ ਹਾਂ ਬਾਟ ਸਾਹਿਬ, ਅਡਾਨੀਆਂ ਅੰਬਾਨੀਆਂ ਦਾ ਤੇ ਭਾਜਪਾ ਦਾ ਆਪਸ 'ਚ ਕੋਈ ਤਾਲਮੇਲ ਨਹੀਂ ਹੈਗਾ। ਬਟ ਮੈਂ ਇੱਕ ਤੁਹਾਨੂੰ ਜਾਣਕਾਰੀ ਦੇ ਦਿੰਦਾ, ਬੜੇ ਬੜੇ ਵੱਡੇ ਟੈਂਡਰ ਦੇਖੋ, ਦੋ ਚੀਜ਼ਾਂ ਹੁੰਦੀਆਂ, ਜਿਹਦੀ ਸ਼ਮਤਾ ਹੁੰਦੀ ਨਾ ਉਹੀ ਉਹ ਕੰਮ ਕਰ ਸਕਦਾ। ਤੁਸੀਂ ਮੈਂ ਉਸ ਲੈਵਲ ਦੇ ਸਾਈਲੋ ਨਹੀਂ ਬਣਾ ਸਕਦੇ, ਉਹਨਾਂ ਦੀ ਸ਼ਮਤਾ ਉਹ ਬਣਾ ਲੈਂਦੇ ਨੇ, ਤੇ ਸਾਨੂੰ ਫੈਸਿਲਿਟੀਜ਼ ਕਰਕੇ ਜਿਹੜਾ ਉਹ ਇੱਕ ਬਿਜ਼ਨਸਮੈਨ ਨੇ, ਜਸਟ ਬਿਜ਼ਨਸਮੈਨ ਨੇ। ਹੁਣ ਕਈ ਐਸੀਆਂ ਸਟੇਟਾਂ ਨੇ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਨੇ, ਬਟ ਉੱਥੇ ਵੀ ਅੰਬਾਨੀ ਅਡਾਨੀ ਕਾਰੋਬਾਰ ਕਰਦੇ ਨੇ। ਇਹ ਨਹੀਂ ਕਿ ਸਿਰਫ ਜਿੱਥੇ ਭਾਜਪਾ ਸ਼ਾਸਿਤ, ਅੱਜ ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਆ, ਪਰ ਇੱਥੇ ਅੰਬਾਨੀ ਅਡਾਨੀ ਕਾਰੋਬਾਰ ਕਰ ਰਹੇ ਨੇ, ਕੋਈ ਰੋਕ ਨਹੀਂ ਹੈਗੀ ਉਹਨਾਂ ਦੇ ਉੱਤੇ। ਮਸਲਾ ਸਿਰਫ ਇਸ ਗੱਲ ਦਾ ਸਮਝਣ ਦਾ ਵਾ ਵੀ ਸਾਨੂੰ ਫੈਸਿਲਿਟਾਈਜ਼ ਕੌਣ ਕਰ ਰਿਹਾ ਵਾ, ਸਾਨੂੰ ਫੈਸਿਲਿਟੀਆਂ ਕੋਈ ਦੇ ਰਿਹਾ ਵਾ। ਅਸੀਂ ਉਹ ਮੈਂ ਇਸ ਗੱਲ ਦਾ ਧਾਰਨੀ ਆ ਕਿ ਅੱਜ ਸਾਡਾ ਕਿਸਾਨ ਅੱਗੇ ਆਵੇ, ਅੱਗੇ ਆ ਕਰਕੇ ਆਪਣੀਆਂ ਕੰਪਨੀਆਂ ਬਣਾਈਏ, ਆਪਣੀਆਂ ਕੰਪਨੀਆਂ ਬਣਾ ਕਰਕੇ ਅਸੀਂ ਆਪ ਬਿਜ਼ਨਸਮੈਨ ਬਣੀਏ। ਮੈਂ ਇਸ ਗੱਲ ਦਾ ਧਾਰਨੀ, ਉਹ ਬਿੱਲ ਇਹੀ ਸਾਨੂੰ ਨਿਰਦੇਸ਼ ਕਰਦੇ ਸੀ। ਕੋਈ ਕਿਸੇ ਅੰਬਾਨੀ ਅਡਾਨੀ ਦੀ ਪੈਰਵਾਈ ਕਰਨ ਵਾਲੇ ਬਿੱਲ ਨਹੀਂ ਸੀਗੇ। ਜਿਸ ਤਰ੍ਹਾਂ ਅੰਬਾਨੀ ਅਡਾਨੀ ਨੇ, ਸਾਡਾ ਕਿਸਾਨ ਵੀ ਅੰਬਾਨੀ ਅਡਾਨੀ ਬਣੇ, ਉਹ ਇਸ ਲੈਵਲ ਦੇ ਬਿੱਲ ਸੀਗੇ ਵੀ ਇਸ ਲਈ ਉਹ ਬਿੱਲ ਲਿਆਂਦੇ ਗਏ ਸੀ। ਚਲੋ ਉਹ ਤਾਂ ਹੁਣ ਸਮਾਂ ਲੰਘ ਗਿਆ। ਮੈਂ ਇਹੋ ਬੇਨਤੀ ਕਰਨੀ ਚਾਹੁੰਦਾ, ਜਿਹੜਾ ਸਾਡਾ ਸਾਲ ਸਵਾ ਸਾਲ ਇੱਕ ਸਾਡੇ ਸਿਸਟਮ ਜੋ ਖਰਾਬ ਕੀਤਾ, ਉਹਦਾ ਜ਼ਿੰਮੇਵਾਰ ਕੌਣ ਆ? 740 ਮੌਤਾਂ ਦਾ ਜ਼ਿੰਮੇਵਾਰ ਕੌਣ ਆ? ਮੈਂ ਇਹ ਪੁੱਛਣਾ ਚਾਹੁੰਦਾ। ਸੋ ਮਾਜਰਾ ਸਾਹਿਬ, ਅਜੇ ਵੀ ਕਿਸਾਨਾਂ ਦੇ ਵਿੱਚ, ਪੰਜਾਬੀਆਂ 'ਚ ਰੋਸ ਹੈ ਕਿ ਸਰਕਾਰੀ ਮੰਡੀਆਂ ਨੂੰ ਕੇਂਦਰ ਦੀ ਇੱਕ ਸਾਜ਼ਿਸ਼ ਦੇ ਤਹਿਤ ਖਤਮ ਕੀਤਾ ਜਾ ਰਿਹਾ। ਕਿ ਜੇ ਅਦਾਨੀਆਂ ਦੇ ਵੱਡੇ ਵੱਡੇ ਸੈਲਰ ਬਣੇ ਆ ਤਾਂ ਬਣੇ ਹੀ ਇਸ ਕਰਕੇ ਗਏ ਆ ਕਿ ਸਰਕਾਰੀ ਮੰਡੀਆਂ ਨੂੰ ਖਤਮ ਕੀਤਾ ਜਾਵੇ। FCI ਜਿਹੜੀ ਉਹ ਸਰਕਾਰੀ ਮੰਡੀਆਂ 'ਚ ਖਰੀਦ ਕਰਨ ਦੀ ਬਜਾਏ ਇਹਨਾਂ ਸਾਈਲੋਜ ਦੇ ਰਾਹੀਂ ਜਿਹੜਾ ਖਰੀਦ ਕਰ ਸਕਦੀ ਉਹਨਾਂ ਨੂੰ ਖੋਲ੍ਹ ਦਿੱਤੀ ਗਈ ਹੈ। ਬਾਟ ਸਾਹਿਬ, ਮੈਂ ਇੱਕ ਬੇਨਤੀ ਕਰਾਂ, ਮੇਰੇ ਇੱਕ ਮਿੱਤਰ ਨੇ, ਉਹ ਆੜਤ ਦਾ ਕੰਮ ਕਰਦੇ ਨੇ, ਔਰ ਉਹ ਮੈਨੂੰ ਉਹਨਾਂ ਨੇ ਆਪਣੇ ਮੂੰਹ ਇਹ ਅਲਫਾਜ਼ ਕਹੇ ਕਿ ਮੰਜਲ ਸਾਹਿਬ ਅਸੀਂ ਕਿਸਾਨਾਂ ਕੋਲੋਂ ਕਣਕ ਖਰੀਦਦੇ ਹਾਂ ਅਤੇ ਇੰਨਾ ਹੀ ਸਾਈਲੋਸ 'ਚ ਭੇਜ ਦਿੰਦੇ ਹਾਂ। ਫਾਰ ਯੂਰ ਕਾਈਂਡ ਇਨਫੋਰਮੇਸ਼ਨ, ਜਿੰਨੀ FCI ਖਰੀਦ ਕਰਦੀ ਆ ਉਹਦਾ ਵੀ 70% ਸ਼ੇਅਰ ਜਿਹੜਾ ਇੰਨਾ ਹੀ ਸਾਈਲੋਸ ਦੇ ਵਿੱਚ ਜਾ ਕੇ ਰਿਜ਼ਰਵ ਕਰਦੇ ਆ। ਉਹ ਇਹ ਕੋਈ ਵੱਖਰੀ ਗੱਲ ਨਹੀਂ ਹੋ ਰਹੀ, ਜਿਹਨੂੰ ਆਪਾਂ ਇਹਨੂੰ ਨਾ ਅਸੀਂ ਵੇਖਣ ਦੇ ਨਜ਼ਰੀਏ ਅਲੱਗ-ਅਲੱਗ ਨੇ। ਸਾਰਾ ਕੁਝ ਖਰੀਦ ਕੇ ਉੱਥੇ ਹੀ ਜਾ ਰਿਹਾ ਵਾ। ਮਾਫੀ ਦੇਣਾ, ਬੜੇ ਵੱਡੇ ਲੈਵਲ ਦੇ ਉੱਤੇ ਸਾਡਾ 35 ਤੋਂ 40% ਅਨਾਜ ਜਿਹੜਾ ਸੀਗਾ ਨਾ, ਜਿਹੜੀ ਸਰਕਾਰੀ ਖਰੀਦ ਹੁੰਦੀ ਸੀ, ਉਹਨੂੰ ਕਦੀ ਚੂਹਾ ਪੈ ਗਿਆ ਤੇ ਕਦੀ ਸੁੰਡੀ ਪੈ ਗਈ, ਤੇ ਕਈ ਕੁਛ ਤਰ੍ਹਾਂ ਦੇ ਇਹ ਲਾ ਕੇ ਤੇ ਉਹਨੂੰ ਖੁਰਦ-ਪੁਰਦ ਕਰ ਜਾਂਦੇ ਸੀਗੇ। ਹੁਣ ਉਹ ਜਿਹੜੇ ਸਾਈਲੋਜ਼ ਉਹਨਾਂ ਵੱਲੋਂ ਬਣਾ ਦਿੱਤੇ ਗਏ ਨੇ, ਉਹਦੇ ਵਿੱਚ ਅਨਾਜ ਦਾ ਇੱਕ ਦਾਣਾ ਵੀ ਉਹ ਵੇਸਟ ਨਹੀਂ ਹੋਣ ਦਿੰਦੇ। ਜਿਹੜੀ ਸਾਡੀ ਹੱਡ ਹਲਾਲ ਨਾਲ ਕੀਤੀ ਕਮਾਈ, ਜਿਹੜੀ ਅਸੀਂ ਪੂਰੀ ਤਰ੍ਹਾਂ ਹੱਕ ਹਲਾਲ ਨਾਲ ਕੀਤੀ ਉਪਜ, ਜਿਹੜੀ ਆ ਸਾਡੇ ਕਿਸਾਨ ਦੇ ਖੂਨ ਪਸੀਨੇ ਨਾਲ ਉਪਜੀ ਫਸਲ ਜਿਹੜੀ ਆ, ਉਹ ਬੜੇ ਵੱਡੇ ਲੈਵਲ 'ਤੇ ਨਸ਼ਟ ਹੁੰਦੀ ਸੀ। ਹੁਣ ਉਹ ਨਸ਼ਟ ਨਹੀਂ ਹੁੰਦੀ ਕਿਉਂਕਿ ਉਹਨਾਂ ਨੇ ਲੇਟੈਸਟ ਟੈਕਨੋਲੋਜੀ ਦੇ ਨਾਲ, ਲੇਟੈਸਟ ਟੈਕਨੋਲੋਜੀ ਨਾਲ ਜੁੜਨਾ ਕੋਈ ਗੁਨਾਹ ਨਹੀਂ। ਔਰ ਇਹ ਜੇ ਕਹਿਣਾ ਵੀ FCI ਖਤਮ ਹੋ ਜਾਣੀ ਆ, ਕੁਛ ਐਸਾ ਨਹੀਂ ਹੋਣ ਵਾਲਾ। FCI ਵੀ ਆਪਣੀ ਕਣਕ ਜਾ ਕੇ ਉਹਨਾਂ ਹੀ ਗੋਦਾਮਾਂ 'ਚ ਸਟੋਰ ਕਰਦੀ ਆ, ਔਰ ਆੜਤੀਏ ਵੀ ਜਾ ਕੇ ਉਹਨਾਂ ਹੀ ਗੋਦਾਮਾਂ ਦੇ ਵਿੱਚ ਆਪਣੀ ਕੋਈ ਫਸਲ ਸੇਲ ਕਰਦੇ ਨੇ। ਸਿਰਫ ਜਦੋਂ ਕਿਸਾਨ ਨੇ, ਉਹ ਸਰਕਾਰ ਨੇ ਇੱਕ ਗੱਲ ਕਹੀ, ਕਿਸਾਨ ਅਤੇ ਵਪਾਰੀ ਦੇ ਵਿੱਚ ਉਹ ਜਿਹੜਾ ਮੀਡੀਏਟਰ ਆ ਨਾ, ਇਹਨੂੰ ਖਤਮ ਕਰਨਾ ਵਾ, ਜਿਹਨੂੰ ਦਲਾਲ ਆਪਾਂ ਕਹਿ ਦਿੰਦੇ ਹਾਂ, ਜਿਹਨੂੰ ਆਪਾਂ ਆੜਤੀਆ ਕਹਿ ਦਿੰਦੇ ਹਾਂ, ਜਾਂ ਜਿਹੜੇ ਉਹਨਾਂ ਨੂੰ ਰਸਤਿਆਂ ਦੇ ਵਿੱਚ ਪੈਂਦੇ ਸੀ ਬੋਝ, ਉਹ ਖਤਮ ਕਰਨੇ ਆ, ਤੇ ਕਿਸਾਨ ਦੀ ਇਨਕਮ ਨੂੰ ਵਧਾਉਣਾ ਵਾ। ਹੁਣ 1000 ਰੁਪਏ ਟਰਾਲੀ ਵੱਧ ਉੱਥੇ ਮਿਲੀ ਹੈ ਤਾਂ ਕਿਸਾਨ ਉੱਥੇ ਗਏ ਨੇ। ਮਾਜਰਾ ਸਾਹਿਬ, ਫੈਸਿਲਿਟੀ ਦੀ ਗੱਲ ਤੁਸੀਂ ਕੀਤੀ ਹੈ,
ਕਿ ਅਦਾਨੀਆਂ ਦੇ ਸਾਈਲੋ ਚਲੇ ਗਏ ਨੇ ਲੋਕ, ਕਿ ਉਹਨਾਂ ਨੂੰ ਉੱਥੇ ਫੈਸਿਲਿਟੀ ਮਿਲੀਆਂ ਨੇ, ਕਣਕ ਖਰਾਬ ਨਹੀਂ ਹੋਈ, ਉਹਦਾ ਵਾਜਬ ਮੁੱਲ ਜਿਹੜਾ ਮਿਲ ਗਿਆ ਮੌਕੇ 'ਤੇ ਮਿਲ ਗਿਆ। ਤੇ ਜੇ ਭਾਜਪਾ ਹੋਰ ਫੈਸਿਲਿਟੀਆਂ ਆਪਣੇ ਤੌਰ 'ਤੇ ਪੰਜਾਬ ਨੂੰ ਦਿੰਦੀ ਆ ਤਾਂ ਤੁਹਾਨੂੰ ਕੀ ਲੱਗਦਾ ਇਹ ਲੋਕ ਬਦਲ ਜਾਣਗੇ? ਸਰ ਬਿਲਕੁਲ, ਮੈਂ ਇੱਕ ਚੀਜ਼ ਤੁਹਾਨੂੰ ਮੈਂ ਬੇਨਤੀ ਕਰਾਂ, ਖਾਈ ਭਲੀ ਕਿ ਮਾਈ ਭਲੀ ਹੈ, ਕਿ ਸਾਡੇ ਬਚਪਨ 'ਚ ਅਸੀਂ ਕਹਾਵਤ ਸੁਣਦੇ ਹੁੰਦੇ ਸਾਂ, ਤੇ ਹਮੇਸ਼ਾ ਖਾਈ ਭਲੀ ਹੁੰਦੀ ਹੈ। ਦੇਖੋ ਮਾਫੀ ਦੇਣਾ, ਜਦੋਂ ਵੀ ਮੈਂ ਵਪਾਰੀ ਹਾਂ, ਮੈਨੂੰ ਜਿੱਥੋਂ ਵੱਧ ਮੁੱਲ ਮਿਲਦਾ ਮੈਂ ਉੱਥੇ ਹੀ ਜਾ ਕੇ ਆਪਣਾ ਮਾਲ ਵੇਚਾਂਗਾ। ਤੇ ਜੇ ਇਹ ਵਪਾਰੀ ਨੂੰ ਹੱਕ ਤੇ ਕਿਸਾਨ ਨੂੰ ਕਿਉਂ ਨਹੀਂ ਇਹ ਹੱਕ ਮਿਲਣਗੇ? ਦੇਖੋ ਇਹ ਇੱਕ ਹਊਆ ਬਣਾ ਦਿੱਤਾ ਜਾਂਦਾ ਵਾ ਵੀ ਇੰਝ ਹੋ ਜੂ ਇੰਝ ਹੋ ਜੂ। ਮੈਂ ਇਹ ਬੇਨਤੀ ਕਰਾਂਗਾ, ਕਿਸਾਨ ਆਪਣੀ ਉਪਜ ਜਿਹੜੀ ਆ ਨਾ ਉਹਨੂੰ ਇੱਕ ਵਧੀਆ ਰੂਪ ਦੇ ਵਿੱਚ, ਅੱਜ ਮੈਂ ਇੱਕ ਮੇਰੇ ਮਿੱਤਰ ਨੇ ਸੰਧੂ ਸਾਹਿਬ, ਬੜੇ ਮੇਰੇ ਕਲੋਜ਼ ਮਿੱਤਰ ਨੇ, ਉਹ ਆਰਗੈਨਿਕ ਫਾਰਮਿੰਗ ਦਾ ਕੰਮ ਕਰ ਰਹੇ ਨੇ। ਮੈਂ ਕਹਿੰਦਾ ਕਮਾਲ ਹੈ ਜੀ, 100 ਰੁਪਏ ਲੀਟਰ ਉਹਨਾਂ ਦਾ ਦੁੱਧ ਵਿਕਦਾ ਤੇ ਲਾਈਨ ਲਾ ਕੇ ਵਿਕਦਾ। ਔਰ ਕਸਟਮਰ ਕੌਣ ਨੇ? ਜਿੰਨੇ ਅੰਮ੍ਰਿਤਸਰ ਸ਼ਹਿਰ ਦੇ ਡਾਕਟਰ ਨੇ ਉਹ ਸਾਰੇ ਉਹਨਾਂ ਦੇ ਕਸਟਮਰ ਨੇ। ਆਰਗੈਨਿਕ ਉਹ ਅਨਾਜ ਵੇਚਦੇ ਨੇ, ਐਡਾ ਵਧੀਆ ਲੈਵਲ ਦਾ ਅਨਾਜ ਹੈ ਉਹਨਾਂ ਦਾ, 3-3 ਗੁਣਾ ਵੱਧ ਕੀਮਤਾਂ ਦੇ ਵੇਚਦੇ ਨੇ ਔਰ ਵਿਕਦਾ, ਫਿਰ ਲਾਈਨ ਲਾ ਕੇ ਵਿਕਦਾ। ਤੇ ਮੈਂ ਇਹ ਬੇਨਤੀ ਕਰਾਂਗਾ ਵੀ ਸਾਡੀ ਕਿਸਾਨੀ ਜਿਹੜੀ ਆ ਉਹ ਇੱਕ ਉਮਦਾ ਕੁਆਲਿਟੀ ਦੀ ਆਪਣੀ ਫਸਲ ਉਪਜ ਕਰੇ, ਤੇ ਇੰਟਰਨੈਸ਼ਨਲ ਲੈਵਲ ਦੀ ਮਾਰਕੀਟ ਖੁੱਲ੍ਹੀ ਆ, ਤੇ ਮੋਦੀ ਸਾਹਿਬ ਉਹਦੇ ਲਈ ਪੂਰੀ ਤਰ੍ਹਾਂ ਕਿਸਾਨਾਂ ਦਾ ਸਹਿਯੋਗ ਕਰਨ ਨੂੰ ਤਿਆਰ ਨੇ। ਤੇ ਦੇਸ਼ ਦੀ ਸਰਕਾਰ ਜਿਹੜੀ ਆ ਕਿਸਾਨਾਂ ਦਾ ਸਹਿਯੋਗ ਕਰੇਗੀ, ਆਪਾਂ ਵਧੀਆ ਫਸਲ ਬੀਜੀਏ ਤੇ ਵਧੀਆ ਲੈਵਲ ਦੇ ਮੁੱਲ ਵੱਟੀਏ ਉਹਨਾਂ ਦੇ। ਹੁਣ ਖੇਤੀ ਕਾਨੂੰਨਾਂ ਨੂੰ ਇੱਕ ਸਾਈਡ 'ਤੇ ਰੱਖ ਦਈਏ, ਹੋਰ ਕੀ ਭਾਜਪਾ ਦੀਆਂ ਨੀਤੀਆਂ ਨੇ ਪੰਜਾਬ ਨੂੰ ਆਰਥਿਕ ਪੱਖ ਤੋਂ ਉੱਚਾ ਚੁੱਕਣ ਲਈ? ਕਿਸਾਨੀ ਨੂੰ ਵੀ ਵਿੱਚ ਹੀ ਲੈ ਲਓ। ਸਰ ਕਿਸਾਨੀ ਨੂੰ ਦੇਖੋ, ਕਿਸਾਨ ਖੁਸ਼ਹਾਲ ਹੋ ਗਿਆ ਤੇ ਪੰਜਾਬ ਖੁਸ਼ਹਾਲ ਹੋ ਗਿਆ। ਇੱਕ ਛੋਟੀ ਜਿਹੀ ਇਹਦੇ 'ਚ ਕੋਈ ਰੋਕਟ ਸਾਇੰਸ ਨਹੀਂ। ਕਿਸਾਨ ਨੂੰ ਖੁਸ਼ਹਾਲ ਕੀਤਾ ਅਸੀਂ ਪੰਜਾਬ ਖੁਸ਼ਹਾਲ ਹੋਣਾ, ਕਿਉਂਕਿ ਕਿਸਾਨੀ ਪ੍ਰਧਾਨ ਸੂਬਾ ਆ ਸਾਡਾ। ਤੇ ਇਸ ਲਈ ਮੋਦੀ ਸਾਹਿਬ ਹਮੇਸ਼ਾ ਹੀ ਸ਼ੁਰੂ ਤੋਂ ਹੀ ਇਸ ਗੱਲ ਦੇ ਧਾਰਨੀ ਰਹੇ ਨੇ ਕਿ ਕਿਸੇ ਵੀ ਤਰੀਕੇ ਪੰਜਾਬ ਜਿਹੜਾ ਵਾ, ਮੈਂ ਇੱਕ ਨਿੱਜੀ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਅਸੀਂ ਦਿੱਲੀ ਦੀਆਂ ਮੀਟਿੰਗਾਂ ਦੇ ਵਿੱਚ ਜਾਣ ਦਾ ਮੌਕਾ ਮਿਲਦਾ, ਔਰ ਉੱਥੇ ਜਾ ਕੇ ਇਹ ਗੱਲ ਬੜੇ ਵੱਡੇ ਲੈਵਲ 'ਤੇ ਮੈਂ ਉਹ ਮਹਿਸੂਸ ਕੀਤੀ ਆ ਕਿ ਮੋਦੀ ਸਾਹਿਬ ਦੇ ਅਲਫਾਜ਼ ਨੇ, ਜਿਹੜਾ ਪੰਜਾਬ ਹੈ ਇਹ ਦੇਸ਼ ਦਾ ਸਿਰ ਹੈ। ਤੇ ਜਦੋਂ ਸਾਡੇ ਸਿਰ 'ਚ ਸਿਰ ਦਰਦ ਰਹਿੰਦੀ ਹੈ ਨਾ, ਤੇ ਬਾਡੀ ਸਾਰੀ ਕੰਮ ਨਹੀਂ ਕਰਦੀ। ਇਹ ਜਿਹੜੀ ਸਿਰ ਦਰਦ ਹੈ ਨਾ, ਜਿਹੜੀ ਪੰਜਾਬ ਦੇ ਵਿੱਚ ਡਿਸਟਰਬੈਂਸ ਹੈ, ਉਹਨੂੰ ਖਤਮ ਕਰਨਾ ਮੋਦੀ ਸਾਹਿਬ ਦਾ ਮੋਟਿਵ ਹੈ। ਔਰ ਉਹਨੂੰ ਖਤਮ ਇੱਕੋ ਰੂਪ 'ਚ ਹੀ ਕੀਤਾ ਜਾ ਸਕਦਾ ਹੈ। ਇੱਕ ਅਸੀਂ ਐਜੂਕੇਸ਼ਨਲੀ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਈਏ। ਜਦੋਂ ਸਾਡੇ ਬੱਚੇ ਐਜੂਕੇਟ ਹੋ ਜਾਣਗੇ ਨਾ, ਜਿਵੇਂ ਸਾਡੇ ਕੁਝ ਅਖੌਤੀ ਲੀਡਰ ਸਾਨੂੰ ਗੁੰਮਰਾਹ ਕਰਨ 'ਚ ਕਾਮਯਾਬ ਹੋ ਜਾਂਦੇ ਆ, ਤੇ ਜਦੋਂ ਸਾਡੇ ਬੱਚੇ ਐਜੂਕੇਟ ਹੋ ਜਾਣਗੇ ਤੇ ਉਹ ਗੁੰਮਰਾਹ ਨਹੀਂ ਹੋਣਗੇ। ਹੁਣ ਵੀ ਇਹ ਕਿਸਾਨੀ ਅੰਦੋਲਨ ਦੀ ਆੜ ਦੇ ਵਿੱਚੋਂ, ਜਿਸ ਤਰ੍ਹਾਂ ਅੰਨਾ ਹਜ਼ਾਰਾ ਜੀ ਦੀ ਆੜ ਦੇ ਵਿੱਚ ਦਿੱਲੀ 'ਚ ਕੇਜਰੀਵਾਲ ਸਾਹਿਬ ਸਰਕਾਰ ਲਾਇਆ ਸੀ ਨਾ, ਤੇ ਕਿਸਾਨੀ ਅੰਦੋਲਨ ਦੀ ਆੜ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ 'ਚ ਸਰਕਾਰ ਲੈ ਕੇ ਆਈ ਆ। ਚਲੋ ਅਭੀ ਜੁਮਾ 8 ਦਿਨ ਹੋਏ ਆ, ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪੰਜਾਬੀਆਂ ਦਾ ਕੀ ਇਹ ਹਸ਼ਰ ਕਰਨ ਵਾਲੇ ਨੇ। ਇੱਕ ਚੀਜ਼ ਬਾਟ ਸਾਹਿਬ ਮੈਂ ਆਪ ਨੂੰ ਬੇਨਤੀ ਕਰਦੇ ਹਾਂ, ਫਰੀ ਕਿਸੇ ਮਸਲੇ ਦਾ ਹੱਲ ਨਹੀਂ ਜਿਹਾ ਹੈਗਾ। ਸਾਨੂੰ ਫੈਸਿਲਿਟਾਈਜ਼ ਕੀਤਾ ਜਾਵੇ। ਅਸੀਂ ਫਰੀ ਨਹੀਂ ਲੈਣਾ ਚਾਹੁੰਦੇ। ਪੰਜਾਬੀ ਮੰਗਤਾ ਕੌਮ ਨਹੀਂ ਆ, ਨਾ ਅਸੀਂ ਮੰਗਤੇ ਹਾਂ, ਨਾ ਸਾਨੂੰ ਕੋਈ ਭਿਖਾਰੀ ਹੋਣ ਦੀ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰੇ। ਅਸੀਂ ਇਹ ਚਾਹੁੰਦੇ ਹਾਂ ਕਿ ਸਾਨੂੰ ਸક્ષਮ ਕੀਤਾ ਜਾਵੇ ਤਾਂ ਕਿ ਅਸੀਂ ਖਰੀਦ ਕੇ ਖਾ ਸਕੀਏ। ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ, ਰੁਜ਼ਗਾਰ ਦਿੱਤਾ ਜਾਵੇ। ਬਿਲਕੁਲ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ। ਅਸੀਂ ਬਿੱਲ ਦੇਣ ਨੂੰ ਤਿਆਰ ਹਾਂ, ਸਾਨੂੰ ਕੋਈ ਫਰੀ ਬਿਜਲੀ ਦੀ ਲੋੜ ਨਹੀਂ ਹੈਗੀ। ਸਾਨੂੰ ਬਿਜਲੀ ਸਸਤੀ ਦਿੱਤੀ ਜਾਵੇ। 7 ਰੁਪਏ 8 ਰੁਪਏ ਯੂਨਿਟ ਤੇ ਲੈ ਦੇ ਕੇ ਟੈਕਸ ਟੁਕਸ ਪਾ ਕੇ 11-12 ਰੁਪਏ ਯੂਨਿਟ ਮਾਫੀ ਦੇਣਾ। SC BC, ਮੈਂ ਵੀ BC ਹਾਂ, ਬੈਕਵਰਡ ਕਲਾਸਿਸ ਨੂੰ ਬਿਲੋਂਗ ਕਰਦਾ। SC BC ਦਾ ਬੋਝ ਅਸੀਂ ਜਰਨਲ ਤੇ ਪਾ ਦਿਆਂਗੇ ਸਾਰਾ। ਜਰਨਲ ਦਾ ਕੀ ਕਸੂਰ ਆ? ਉਹ ਇਨਸਾਨ ਨਹੀਂ ਆ? ਦੇਖੋ ਮੈਂ ਇਹ ਚਾਹੁੰਦਾ ਵੀ ਜਿਹੜੇ ਕਾਨੂੰਨ ਬਣਨ, ਜੋ ਸਹੂਲਤਾਂ ਬਣਨ, ਸਾਰਿਆਂ ਲਈ ਇਕੁਅਲ ਕਰਕੇ ਬਣਾਈਆਂ ਜਾਣ। ਕਿਸੇ ਨੂੰ ਨੀਵੇਂ ਹੋਣ ਦਾ ਅਹਿਸਾਸ ਕਰਾਇਆ ਜਾਂਦਾ, ਕਿਸੇ ਨੂੰ ਉੱਚੇ ਹੋਣ ਦਾ ਅਹਿਸਾਸ ਕਰਾਇਆ ਜਾਂਦਾ। ਇਹ ਜਿਹੜੀ ਦੋਹਰੀ ਰਾਜਨੀਤੀ ਹੈ ਨਾ, ਇਹ ਬੰਦ ਹੋਣੀ ਚਾਹੀਦੀ ਹੈ। ਬਹੁਤਾ ਲੰਬਾ ਸਮਾਂ ਚੱਲਣੀ ਨਹੀਂ। ਸੋ ਧੰਨਵਾਦ ਹੈ ਮੰਦਰ ਸਾਹਿਬ ਗੱਲਬਾਤ ਕਰਨ ਲਈ। ਬਹੁਤ ਧੰਨਵਾਦ ਬਾਟ ਸਾਹਿਬ। ਸੋ ਦੋਸਤੋ, ਮਨ ਦੇ ਵਿੱਚ ਸਾਰਿਆਂ ਦੀ ਇਹ ਵਲਵਲਾ ਸੀ ਕਿ ਇਸ ਵੇਲੇ ਕਿਸਾਨ ਕਿਸ ਰਾਹ 'ਤੇ ਤੁਰੇ ਹੋਏ ਨੇ। ਸੋ ਮੰਦਰ ਸਾਹਿਬ ਨੇ ਪਹਿਲਾਂ ਵੀ ਸਾਡੇ ਨਾਲ ਕਿਸਾਨ ਅੰਦੋਲਨ ਦੇ ਦੌਰਾਨ ਵੀ ਗੱਲਬਾਤ ਕੀਤੀ ਸੀ, ਤੇ ਲੋਕਾਂ ਨੇ ਕਾਫੀ ਇਤਰਾਜ਼ ਜਤਾਇਆ ਸੀ ਕਿ ਭਾਜਪਾ ਨੂੰ ਕਿਸੇ ਵੀ ਕੀਮਤ 'ਤੇ ਅਸੀਂ ਸੁਣਨਾ ਪਸੰਦ ਨਹੀਂ ਕਰਦੇ। ਪਰ ਹੁਣ ਜਿਉਂ ਹੀ ਤਸਵੀਰ ਬਦਲੀ ਹੈ ਤਾਂ ਮਨ ਵਿੱਚ ਉਹਨਾਂ ਲੋਕਾਂ ਦੇ ਇਹ ਰੋਸ ਜ਼ਰੂਰ ਉੱਠਦਾ ਹੈ ਕਿ ਅਸੀਂ ਉਦੋਂ ਵੀ ਦੁਹਾਈ ਦਿੰਦੇ ਸਾਂ ਤੁਹਾਡੇ ਭਲੇ ਦੀ, ਤੇ ਅੱਜ ਵੀ ਦਿੰਦੇ ਆ ਰਹੇ ਹਾਂ। ਸੋ ਭਾਜਪਾ ਦੀ ਆਉਣ ਵਾਲੇ ਸਮੇਂ 'ਚ ਕੀ ਨੀਤੀਆਂ ਹੁੰਦੀਆਂ ਨੇ ਪੰਜਾਬ ਲਈ, ਇਹ ਤਾਂ ਸਮਾਂ ਦੱਸੇਗਾ। ਪਰ ਕੋਸ਼ਿਸ਼ ਕਰਦੇ ਰਹਾਂਗੇ ਕਿ ਹਰ ਉਸ ਲੀਡਰ ਦੇ ਨਾਲ, ਹਰ ਉਸ ਨੇਤਾ ਨਾਲ, ਹਰ ਉਸ ਆਗੂ ਨਾਲ ਗੱਲਬਾਤ ਕੀਤੀ ਜਾਵੇ ਜਿਹੜਾ ਪੰਜਾਬ ਲਈ ਆਪਣੇ ਮਨ ਅੰਦਰ ਦਰਦ ਰੱਖਦਾ ਹੈ। ਸੋ ਤੁਸੀਂ ਰਹਿਮਤ ਤੇ ਸਰਕਾਰ TV ਨਾਲ ਜੁੜੇ ਰਹਿਣਾ।